SSP ਜਗਰਾਉਂ, SHO ਖੰਨਾ, MLA ਦੇ ਘਰ ਵਾਲਾ ਅਸ਼ੋਕ ਕੁਮਾਰ, ਕਰਮ ਸਿੰਘ, CBI ਸਾਰਿਆਂ ਨੂੰ ਇਹ ਨੋਟਿਸ ਜਾਰੀ ਹੋ ਚੁੱਕਾ। CBI ਨੂੰ ਨੋਟਿਸ ਹੋ ਗਿਆ। CBI ਨੂੰ ਨੋਟਿਸ ਹੋ ਗਿਆ ਜੀ। ਆਨਰੇਬਲ ਮਿਸਟਰ ਜਸਟਿਸ ਵਿਕਾਸ ਬਹਿਲ ਜੀ ਨੇ, ਉਹਨਾਂ ਦਾ ਆਰਡਰ ਹੈ, ਉਹਨਾਂ ਨੇ ਨੋਟਿਸ ਕੀਤਾ ਹੈ ਜੀ ਤੇ CBI ਨੂੰ ਵੀ ਨਾਲ ਸਮਨ ਕੀਤਾ ਹੈ ਜੀ। ਪੀੜਤ ਇਹਦੇ ਵਿੱਚ NRI ਅਮਰਜੀਤ ਕੌਰ ਜੀ ਨੇ, ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ, ਕਦੇ ਉਹਨਾਂ ਦਾ ਕੋਈ ਬਿਆਨ ਨਹੀਂ ਰਿਕਾਰਡ ਹੁੰਦਾ। ਮੌਜੂਦਾ ਸਰਕਾਰ ਦੇ MLA ਤੱਕ ਇਨਵੋਲਡ ਹੈ। CBI ਤੋਂ ਇਲਾਵਾ ਹੋਰ ਕਿਹਨੂੰ ਪਾਰਟੀ ਬਣਾਇਆ ਗਿਆ ਜਾਂ ਕਿਹਨੂੰ ਨੋਟਿਸ ਨਿਕਲੇ? ਸਰ, ਸਭ ਤੋਂ ਪਹਿਲਾਂ ਅਸੀਂ ਪੰਜਾਬ ਸਰਕਾਰ ਨੂੰ ਪਾਰਟੀ ਬਣਾਇਆ ਹੈ, ਪੰਜਾਬ ਪੁਲਿਸ ਨੂੰ ਪਾਰਟੀ ਬਣਾਇਆ ਹੈ ਥਰੂ DGP, ਲੋਕਲ ਪੁਲਿਸ ਨੂੰ ਵੀ ਅਸੀਂ ਪਾਰਟੀ ਬਣਾਇਆ ਹੈ। ਮੌਜੂਦਾ ਸਰਕਾਰ ਦੇ MLA ਹੈ ਜੀ, ਉਹਨਾਂ ਦੇ ਹਸਬੈਂਡ ਹੈ ਜੀ ਕਰਮ ਸਿੰਘ ਹੈ ਤੇ ਅਸ਼ੋਕ ਕੁਮਾਰ। ਕਿ ਜੋ ਇਨਵੈਸਟੀਗੇਸ਼ਨ ਇੱਕ ਪੰਜਾਬ ਪੁਲਿਸ ਕਰ ਰਹੀ ਸੀ, ਉਸ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਕਿ ਜਿੰਨੀ ਦੇਰ ਮੈਟਰ ਹਾਈ ਕੋਰਟ ਦੇ ਵਿੱਚ ਲੰਬਿਤ ਹੈ, ਪੁਲਿਸ ਇਸ ਕੇਸ ਦੇ ਵਿੱਚ ਫਾਈਨਲ ਰਿਪੋਰਟ ਨਹੀਂ ਦੇਵੇਗੀ। ਬੀਬੀ ਅਮਰਜੀਤ ਕੌਰ, ਉਹਨਾਂ ਨੂੰ ਕੋਈ ਪਤਾ ਨਹੀਂ, ਪੁਲਿਸ ਨੇ ਉਹਨਾਂ ਨੂੰ ਬੁਲਾਇਆ ਨਹੀਂ ਹੈਗਾ ਇਸ ਨੂੰ। ਬਿਲਕੁਲ ਲਾਸਟ ਮੂਮੈਂਟ ਤੇ ਆ ਕੇ ਪਤਾ ਲੱਗਿਆ ਜੀ, ਉੱਥੇ ਤਾਂ ਉਹਨਾਂ ਦੀ ਜ਼ਮਾਨਤ ਹੋ ਗਈ ਹੈ। ਖੁਦ ਮੰਨ ਚੁੱਕੇ ਨੇ ਕਿ ਜੀ ਇਹ ਜਿਹੜੀ ਪਾਵਰ ਆਫ ਅਟਾਰਨੀ ਹੈ ਉਹ ਜਾਲੀ ਸੀ। ਅਮਰਜੀਤ ਦੀ ਸ਼ਿਕਾਇਤ ਤੇ ਕੇਸ ਰਜਿਸਟਰਡ ਤੇ ਅਸ਼ੋਕ ਕੁਮਾਰ ਤੇ ਹੋਣਾ ਚਾਹੀਦਾ ਸੀ, ਕਰਮ ਸਿੰਘ ਤੇ ਹੋਣਾ ਚਾਹੀਦਾ ਸੀ, MLA ਤੇ ਹੋਣਾ ਚਾਹੀਦਾ ਸੀ। ਕਿ ਇਹਨਾਂ ਨੇ ਬੜੀ ਅਨਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕੀਤੀ ਹੈ ਜੀ। ਤੋਂ ਪਹਿਲਾਂ ਕਿ ਚਾਬੀਆਂ ਫੜਾ ਦਿੱਤੀਆਂ ਕਿ ਟਾਈਟਲ ਆਫ ਦਾ ਪ੍ਰਾਪਰਟੀ ਉਹ ਹਜੇ ਵੀ ਕਰਮ ਸਿੰਘ ਦੇ ਨਾਮ ਤੇ। MLA ਨੂੰ ਕਿਸ ਬੇਸ ਤੇ ਪਾਰਟੀ ਬਣਾਏ ਗਏ ਹੈਗੇ ਜੀ? ਕਿ ਉਹਨਾਂ ਦੇ ਲੋਕਾਂ ਨੇ ਦੱਸਿਆ ਕਿ ਜੀ ਮੌਜੂਦਾ MLA ਸਾਹਿਬ ਨੇ ਤੁਹਾਡੀ ਪ੍ਰਾਪਰਟੀ ਦੇ ਕਬਜ਼ਾ ਕਰਾਇਆ। ਡੇ 1 ਤੋਂ ਉਹਨਾਂ ਦੀ ਇਨਵੋਲਵਮੈਂਟ ਆ ਰਹੀ ਹੈ ਜੀ। ਤੁਸੀਂ ਮੀਡੀਆ 'ਚ ਵੀ ਸਾਰਾ ਕੁਝ ਕਵਰ ਕੀਤਾ ਜੀ। ਕਰਮ ਸਿੰਘ ਹਰ ਵੇਲੇ ਇਲੈਕਸ਼ਨਾਂ ਦੇ ਵਿੱਚ, ਆਫਟਰ ਇਲੈਕਸ਼ਨ ਹਰ ਪੋਲੀਟੀਕਲ ਫੰਕਸ਼ਨ ਦੇ ਵਿੱਚ ਮੈਡਮ ਦੇ ਨਾਲ ਰਹਿੰਦਾ ਜੀ। ਜਗਰਾਉਂ NR ਦੀ ਕੋਠੀ ਦਾ ਮਸਲਾ ਕੌਣ ਭੁੱਲਿਆ ਹੋਊਗਾ ਕਿ ਕਿਵੇਂ ਇੱਕ MLA ਦੇ ਦੋਸ਼ ਲੱਗੇ ਸੀ ਕਿ ਉਹ ਕਿਵੇਂ ਉਹ ਪਹਿਲਾਂ ਕਿਰਾਏ ਤੇ ਰਹਿਣ ਲੱਗੇ, ਫਿਰ ਉਹ ਉਹਨਾਂ ਦੇ ਬੰਦੇ ਆਪਣੇ ਨਿਕਲੇ ਹੈਗੇ, ਫਿਰ ਲੋਕ ਇਕੱਠੇ ਹੋਏ, ਕੋਠੀ ਛੱਡਣੀ ਪਈ, ਫਰਜ਼ੀ ਸਭ ਕੁਝ ਕਾਗਜ਼ ਪੱਤਰ ਤਿਆਰ ਕੀਤਾ ਗਿਆ ਸੀ, ਪਰ ਕੋਠੀ ਹਾਲੇ ਵੀ ਉਸ NRI ਪਰਿਵਾਰ ਨੂੰ ਨਹੀਂ ਮਿਲੀ। ਮਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਜਾਂਦਾ ਤੇ ਹੁਣ ਬਹੁਤ ਸਾਰੀਆਂ ਧਿਰਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਕਰ ਦਿੱਤੇ ਗਏ ਨੇ, ਇੱਥੋਂ ਤੱਕ ਕਿ CBI ਨੂੰ ਵੀ ਪਾਰਟੀ ਬਣਾਇਆ ਗਿਆ। ਤੇ ਇਸ ਮੁਤਲਕ ਅਸੀਂ ਗੱਲਬਾਤ ਕਰਾਂਗੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਇਸ਼ਾਨ ਗੁਪਤਾ ਜੀ, ਜਿਹੜੇ ਇਸ ਕੇਸ ਦੀ ਪੈਰਵਾਈ ਕਰ ਰਹੇ ਨੇ। ਗੁਪਤਾ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ। ਇਸ਼ਾਨ ਜੀ, ਇਹ ਪੂਰਾ ਮਸਲਾ ਕੀ ਹੁਣ ਜਿਹੜਾ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਕੀਤੇ ਗਏ ਨੇ, ਪੀੜਤ ਫੈਮਿਲੀ ਵੱਲੋਂ ਪ੍ਰੇ ਕੀ ਕੀਤੀ ਗਈ ਸੀ ਜੀ? ਸਰ ਅਸੀਂ ਸੈਕਸ਼ਨ 482 CRPC ਦੇ ਤਹਿਤ ਹਾਈ ਕੋਰਟ ਪਹੁੰਚੇ। ਅਸੀਂ ਇਸ ਕੇਸ ਦੇ ਵਿੱਚ ਤੁਸੀਂ ਜਾਣੂ ਹੋਵੋਗੇ, ਇੱਕ ਕਰਮ ਸਿੰਘ ਦੇ ਵੱਲੋਂ ਇੱਕ FIR ਕਰਾਈ ਜਾਂਦੀ ਹੈ ਅਸ਼ੋਕ ਕੁਮਾਰ ਦੇ ਅਗੇਂਸਟ ਕਿ ਜੀ ਇਹਨੇ ਜਾਲੀ ਪਾਵਰ ਆਫ ਅਟਾਰਨੀ ਦੇ ਬੇਸ ਤੇ ਮੈਨੂੰ ਸੇਲ ਡੀਡ ਕਰਾਈ ਗਈ ਹੈ। ਇਹ ਸਰ ਜਿਹੜੀ FIR ਹੈ, ਇਟ ਇਜ਼ ਮੇਅਰਲੀ ਆਈ ਵਾਸ਼। ਇਹਦੇ ਵਿੱਚ ਕੋਈ ਕੰਟੈਂਟ ਨਹੀਂ ਹੈ। ਇਹ ਦੋਨਾਂ ਮਿਲੀ ਭੁਗਤ ਨਾਲ ਇੱਕ ਫੇਸ ਸੇਵਿੰਗ ਇਹਨਾਂ ਦਾ ਐਟੀਟਿਊਡ ਸੀਗਾ ਜੀ। ਪੁਲਿਸ ਨਾਲ ਮਿਲ ਕੇ ਇਹ ਆਪਣੀ ਇਮੇਜ ਨੂੰ ਬਚਾਉਣ ਲਈ ਇਹਨਾਂ ਨੇ ਇੱਕ FIR ਰਜਿਸਟਰ ਕਰਤੀ। FIR ਰਜਿਸਟਰ ਹੋਣ ਦੇ 1 ਮਹੀਨੇ ਦੇ ਵਿੱਚ ਇਸ ਮੈਟਰ ਦੇ ਵਿੱਚ ਕੰਪਰੋਮਾਈਜ਼ ਦੇ ਤਹਿਤ ਅਸ਼ੋਕ ਕੁਮਾਰ ਨੂੰ ਲੁਧਿਆਣਾ ਕੋਰਟ ਦੇ ਵਿੱਚੋਂ ਜ਼ਮਾਨਤ ਵੀ ਦੇ ਦਿੱਤੀ ਜਾਂਦੀ ਹੈ। ਉਸ ਦੇ ਵਿੱਚ ਪੁਲਿਸ ਅਫਸਰਾਂ ਦਾ ਵੀ ਬਿਆਨ ਆਉਂਦਾ ਹੈ ਜੀ, ਸਮਝੌਤਾ ਹੋ ਗਿਆ। ਕੰਪਲੇਨੈਂਟ ਕਰਮ ਸਿੰਘ ਦਾ ਵੀ ਬਿਆਨ ਆਉਂਦਾ ਜੀ, ਸਮਝੌਤਾ ਹੋ ਗਿਆ। ਉਹਦੇ ਤਹਿਤ ਇਹਨਾਂ ਨੂੰ ਬੇਲ ਦੇ ਦਿੱਤੀ ਜਾਂਦੀ ਹੈ। ਪਰ ਸਰ ਇੱਥੇ ਸਵਾਲ ਇਹ ਹੈ ਜੀ, ਅਸਲ ਪੀੜਤ ਕੌਣ ਹੈ? ਪੀੜਤ ਇਹਦੇ ਵਿੱਚ NRI ਅਮਰਜੀਤ ਕੌਰ ਜੀ ਨੇ, ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ, ਕਦੇ ਉਹਨਾਂ ਦਾ ਕੋਈ ਬਿਆਨ ਨਹੀਂ ਰਿਕਾਰਡ ਹੁੰਦਾ, ਕਦੇ ਉਹਨਾਂ ਦੇ ਕੰਪਲੇਂਟਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ। ਇਹਨਾਂ ਸਭ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਅਸੀਂ 482 CRPC ਹਾਈ ਕੋਰਟ ਗਏ। ਇਹ ਕਿਹਾ ਕਿ ਜੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈ ਇਸ FIR ਦੀ, ਇਹਨੂੰ ਕਿਸੇ ਇੰਡੀਪੈਂਡੈਂਟ ਏਜੰਸੀ ਨੂੰ ਟ੍ਰਾਂਸਫਰ ਕੀਤੀ ਜਾਵੇ, ਕਿਉਂਕਿ ਸਾਨੂੰ ਪੰਜਾਬ ਪੁਲਿਸ ਤੋਂ ਕੋਈ ਆਸ ਨਹੀਂ ਹੈ, ਕਿਉਂਕਿ ਇਸ ਮੌਜੂਦਾ ਸਰਕਾਰ ਦੇ MLA ਤੱਕ ਇਨਵੋਲਡ ਹੈ, ਸੀਨੀਅਰ ਆਫੀਸਰਸ ਵੀ ਇਹਦੇ ਵਿੱਚ ਇਨਵੋਲਡ ਹੋ ਸਕਦੇ ਨੇ। ਸੋ ਸਾਰੀਆਂ ਚੀਜ਼ਾਂ ਨੂੰ ਪ੍ਰੋਪਰ ਇਨਵੈਸਟੀਗੇਸ਼ਨ, ਲੌਜੀਕਲ ਕੰਕਲੂਜਨ ਤੇ ਲੈ ਕੇ ਆਉਣ ਲਈ ਸਾਨੂੰ ਇਹਨੂੰ ਮੈਟਰ ਨੂੰ ਇੰਡੀਪੈਂਡੈਂਟ ਏਜੰਸੀ CBI ਨੂੰ ਦਿੱਤੀ ਜਾਵੇ। ਸਰ ਤੁਹਾਨੂੰ CBI ਨੂੰ ਨੋਟਿਸ ਹੋ ਗਿਆ? CBI ਨੂੰ ਨੋਟਿਸ ਹੋ ਗਿਆ ਜੀ। CBI ਇੱਕ ਪੂਰੇ ਇੰਡੀਆ ਦੀ ਸਭ ਤੋਂ ਨੋਬਲ ਏਜੰਸੀ ਹੈ, ਤੁਹਾਨੂੰ ਪਤਾ ਜੀ। ਬੜੇ ਅਹਿਮ ਇਨਵੈਸਟੀਗੇਸ਼ਨਸ ਨੂੰ ਲੌਜੀਕਲ ਕੰਕਲੂਜਨ ਤੇ ਲੈ ਕੇ ਆਏ ਹਾਂ। ਸੋ ਇਸ ਕਰਕੇ ਅਸੀਂ CBI ਦੀ ਡਿਮਾਂਡ ਕੀਤੀ ਸੀ ਤੇ ਮਾਨਯੋਗ ਹਾਈ ਕੋਰਟ ਨੇ ਸਾਨੂੰ ਇਸ ਕੇਸ ਦੇ ਵਿੱਚ ਮੰਡੇ ਦੀ ਡੇਟ ਸੀ ਜੀ, ਤੇ ਆਨਰੇਬਲ ਮਿਸਟਰ ਜਸਟਿਸ ਵਿਕਾਸ ਬਹਿਲ ਜੀ ਨੇ, ਉਹਨਾਂ ਦਾ ਆਰਡਰ ਹੈ, ਉਹਨਾਂ ਨੇ ਨੋਟਿਸ ਕੀਤਾ ਹੈ ਜੀ ਤੇ CBI ਨੂੰ ਵੀ ਨਾਲ ਸਮਨ ਕੀਤਾ ਹੈ ਜੀ। ਨੈਕਸਟ ਡੇਟ ਇਹਦੀ 2 ਨਵੰਬਰ 2023 ਹੈ। ਇੱਕ ਤੁਹਾਨੂੰ ਮੈਂ ਤੇ ਹੋਰ ਗੱਲ ਜ਼ਰੂਰ ਦੱਸਣਾ ਚਾਹਾਂਗਾ ਜੀ। CBI ਤੋਂ ਇਲਾਵਾ ਹੋਰ ਕਿਹਨੂੰ ਪਾਰਟੀ ਬਣਾਇਆ ਗਿਆ ਜਾਂ ਕਿਹਨੂੰ ਨੋਟਿਸ ਨਿਕਲੇ ਜੀ? ਸਰ, ਸਭ ਤੋਂ ਪਹਿਲਾਂ ਅਸੀਂ ਪੰਜਾਬ ਸਰਕਾਰ ਨੂੰ ਪਾਰਟੀ ਬਣਾਇਆ ਹੈ, ਪੰਜਾਬ ਪੁਲਿਸ ਨੂੰ ਪਾਰਟੀ ਬਣਾਇਆ ਹੈ ਥਰੂ DGP, ਲੋਕਲ ਪੁਲਿਸ ਨੂੰ ਵੀ ਅਸੀਂ ਪਾਰਟੀ ਬਣਾਇਆ ਹੈ। ਇਸ ਤੋਂ ਇਲਾਵਾ ਜਿਨ੍ਹਾਂ ਦੇ ਖਿਲਾਫ ਅਸੀਂ ਐਲੀਗੇਸ਼ਨ ਲੈਵਲ ਕੀਤੇ ਹੈ ਜੀ, ਜਿਹੜੇ ਮੌਜੂਦਾ ਸਰਕਾਰ ਦੇ MLA ਹੈ ਜੀ, ਉਹਨਾਂ ਦੇ ਹਸਬੈਂਡ ਹੈ ਜੀ ਕਰਮ ਸਿੰਘ ਹੈ ਤੇ ਅਸ਼ੋਕ ਕੁਮਾਰ ਹੈ ਜੀ। ਇਹਨਾਂ ਸਭ ਨੂੰ ਅਸੀਂ ਪਾਰਟੀ ਬਣਾਇਆ, ਨਾਲ CBI ਨੂੰ ਪਾਰਟੀ ਬਣਾਇਆ ਸੀ। ਇਹ ਸਭ ਨੂੰ ਨੋਟਿਸ ਕੀਤਾ ਗਿਆ ਸਰ। ਇਸ ਤੁਸੀਂ ਜ਼ਿਕਰ ਕਰ ਰਹੇ ਸੀ ਇਸ ਵਿੱਚ ਕਿ ਹੋਰ ਜਿਹੜਾ ਮਸਲਾ ਜਿਹੜਾ
ਸਰ ਇਹਦੇ ਵਿੱਚ ਇੱਕ ਗੱਲ ਬੜੀ ਇੰਪੋਰਟੈਂਟ ਹੈ ਜੀ, ਹਾਈ ਕੋਰਟ ਨੇ ਨੋਟਿਸ ਤਾਂ ਜ਼ਰੂਰ ਕੀਤਾ ਹੈ। ਹਾਈ ਕੋਰਟ ਨੇ ਇਨਫੈਕਟ ਜੋ FIR ਦੀ ਜੋ ਇਨਵੈਸਟੀਗੇਸ਼ਨ ਇੱਕ ਪੰਜਾਬ ਪੁਲਿਸ ਕਰ ਰਹੀ ਸੀ, ਉਹ ਇਨਵੈਸਟੀਗੇਸ਼ਨ ਦੇ ਫਾਈਨਲ ਸਿੱਟਾ ਰਿਪੋਰਟ ਜਿਹਨੂੰ ਅਸੀਂ ਚਲਾਨ ਕਹਿੰਦੇ ਹਾਂ, ਉਸ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਕਿ ਜਿੰਨੀ ਦੇਰ ਇਹ ਮੈਟਰ ਹਾਈ ਕੋਰਟ ਦੇ ਵਿੱਚ ਲੰਬਿਤ ਹੈ, ਪੁਲਿਸ ਇਸ ਕੇਸ ਦੇ ਵਿੱਚ ਫਾਈਨਲ ਰਿਪੋਰਟ ਨਹੀਂ ਦੇਵੇਗੀ। ਉਹਦਾ ਕਾਰਨ ਇਹ ਹੈ ਜੀ, ਜੇ ਫਾਈਨਲ ਜਿਹੜੀ ਇਨਵੈਸਟੀਗੇਸ਼ਨ ਹੈ ਡੈਫੀਨਿਟਲੀ ਪ੍ਰੋ ਅਕਿਊਜ਼ ਚੱਲ ਰਹੀ ਹੈ ਜੀ, ਉਹਨਾਂ ਨੂੰ ਬਚਾਉਣ ਲਈ ਚੱਲ ਰਹੀ ਹੈ। ਜੇ ਇਸ ਮੈਟਰ ਨੂੰ ਫਾਈਨਲ ਕੰਕਲੂਜਨ ਤੇ ਲੈ ਜਾਂਦੀ ਹੈ ਪੰਜਾਬ ਪੁਲਿਸ, ਤਾਂ ਇਹਦੇ ਵਿੱਚ ਵਿਕਟਿਮ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਜੀ, ਉਹ ਭਰਪਾਈ ਨਹੀਂ ਹੋ ਸਕਦੀ। ਇਸ ਕਰਕੇ ਮਾਨਯੋਗ ਹਾਈ ਕੋਰਟ ਨੇ ਫਾਈਨਲ ਇਨਵੈਸਟੀਗੇਸ਼ਨ ਤੇ ਵੀ ਰੋਕ ਲਾ ਦਿੱਤੀ ਗਈ। SIT ਸਟੇਟ ਨੇ ਬਣਾਈ ਕਿ ਜਾਂ ਇਹ ਵਿਕਟਿਮ ਦੇ ਜ਼ਰੀਏ ਬਣੀ ਹੈਗੀ ਜੀ, ਉਹਨਾਂ ਦੀ ਅਪਰੋਚ ਨਾਲ ਬਣੀ ਜੀ? ਸਰ ਇਹ SIT ਪਹਿਲਾਂ ਹੀ ਸਾਡੇ ਹਾਈ ਕੋਰਟ ਜਾਣ ਤੋਂ ਪਹਿਲਾਂ ਹੀ ਬਣ ਚੁੱਕੀ ਸੀਗੀ, ਜੋ ਸਾਨੂੰ ਸੁਣਨ ਚ ਆਇਆ, ਲੇਕਿਨ ਹਜੇ ਤੱਕ SIT ਦਾ ਔਨ ਰਿਕਾਰਡ ਕੋਈ ਡਾਕੂਮੈਂਟ ਨਹੀਂ ਆਇਆ। ਇਹ ਸਭ ਸਾਨੂੰ ਸੁਣਿਆ ਹੀ ਗਿਆ ਕਿ SIT ਐਟ ਦੀ ਇੰਸਟੈਂਸ ਆਫ ਕੰਪਲੇਨੈਂਟ ਹੀ ਬਣੀ ਸੀ, ਜੋ ਕਰਮ ਸਿੰਘ ਹੈ ਜਾਂ MLA ਸਾਹਿਬ ਦੇ ਕਹਿਣ ਤੇ ਬਣੀ ਹੋਣੀ ਹੈ ਜੀ, ਬਟ ਇਹਦਾ ਕੋਈ ਲੌਜੀਕਲ ਸਾਨੂੰ ਨਹੀਂ ਪਤਾ। ਹਾਲਾਂਕਿ ਇਹ ਸਾਨੂੰ ਜ਼ਰੂਰ ਪਤਾ ਹੈ ਜੀ, ਜੋ ਪੀੜਿਤ ਸਾਡੇ ਇਸ ਕੇਸ ਦੇ ਹੈਗੇ ਅਮਰਜੀਤ ਕੌਰ ਜੀ, ਜੋ NRI ਨੇ, ਉਹਨਾਂ ਦੇ ਇੰਸਟੈਂਸ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ, ਨਾ ਅੱਜ ਤੱਕ ਉਹਨਾਂ ਦਾ ਕੋਈ ਬਿਆਨ ਲਿੱਤਾ ਗਿਆ ਹੈ, ਜਿੱਦਾਂ ਕਿ ਫੋਰਜਰੀ ਹੈ, ਨਾ ਉਹਨਾਂ ਦੇ ਕੋਈ ਦਸਤਖਤ ਕੀਤੇ ਗਏ ਮਿਲਾਉਣ ਵਾਸਤੇ, ਕੋਈ ਵੀ ਇਹਨਾਂ ਦੇ ਇੰਸਟੈਂਸ ਤੇ ਕਾਰਵਾਈ ਨਹੀਂ ਕੀਤੀ ਗਈ। ਇਹ ਸਿਰਫ ਜੋ ਵੀ ਕੀਤੀ ਗਈ ਜੀ ਮਿਲ ਭੁਗਤ ਕਰਮ ਸਿੰਘ ਤੇ ਅਸ਼ੋਕ ਕੁਮਾਰ ਦੀ ਚੱਲਦੀ ਆ ਰਹੀ ਹੈ, ਜਿਹਦੇ ਵਿੱਚ ਅਸੀਂ ਅਲੈਜ ਕਰਦੇ ਹਾਂ ਕਿ ਜੀ ਨਾਲ MLA ਸਾਹਿਬ ਵੀ ਵਿੱਚ ਇਨਵੋਲਡ ਨੇ। ਜਿਹੜੀ ਕਰਮ ਸਿੰਘ ਔਰ ਅਸ਼ੋਕ ਕੁਮਾਰ ਦੇ ਵਿਚਕਾਰ ਸਮਝੌਤਾ ਹੋਇਆ ਹੈਗਾ, ਉਸ ਸਮਝੌਤੇ ਬਾਰੇ ਵੀ ਜਿਹੜੀ ਅਸਲ ਪੀੜਤ ਨੇ ਬੀਬੀ ਅਮਰਜੀਤ ਕੌਰ, ਉਹਨਾਂ ਨੂੰ ਕੋਈ ਪਤਾ ਨਹੀਂ, ਪੁਲਿਸ ਨੇ ਉਹਨਾਂ ਨੂੰ ਬੁਲਾਇਆ ਨਹੀਂ ਹੈਗਾ ਇਸ ਮਸਲੇ? ਸਰ ਬਿਲਕੁਲ ਵੀ ਨਹੀਂ। ਇਹ ਬੜਾ ਸ਼ੌਕਿੰਗ ਸੀਗਾ ਜੀ, ਜਦੋਂ ਅਸੀਂ ਇਸ ਕੇਸ ਦੀ ਪੈਰਵਾਈ ਕਰਨ ਲੱਗੇ ਤੇ ਸਾਨੂੰ ਬਿਲਕੁਲ ਲਾਸਟ ਮੂਮੈਂਟ ਤੇ ਆ ਕੇ ਪਤਾ ਲੱਗਿਆ ਜੀ ਉੱਥੇ ਤਾਂ ਉਹਨਾਂ ਦੀ ਜ਼ਮਾਨਤ ਹੋ ਗਈ ਹੈ। ਅਸੀਂ ਫਿਰ ਜ਼ਮਾਨਤ ਦੇ ਆਰਡਰ ਕਢਾਏ ਤਾਂ ਸਾਨੂੰ ਉੱਥੇ ਵਿੱਚ ਪਤਾ ਲੱਗਿਆ ਕਿ ਕੰਪਰੋਮਾਈਜ਼। ਅਸੀਂ ਇਹ ਗਰਾਊਂਡ ਲੈਂਦੇ ਸੀ, ਸਾਡੀ ਇਹ ਐਪਰੀਹੈਂਸ਼ਨ ਸੀ ਕਿ ਜੀ ਕੱਲ ਇਹਨਾਂ ਨੇ ਕੰਪਲੇਨੈਂਟ ਕਰਮ ਸਿੰਘ ਬਣ ਗਿਆ, ਮੁਲਜ਼ਮ ਅਸ਼ੋਕ ਕੁਮਾਰ ਬਣ ਗਿਆ, ਸਾਨੂੰ ਕਦੇ ਪੁੱਛਿਆ ਨਹੀਂ, ਹੋ ਸਕਦਾ ਇਹ ਮੈਟਰ ਹੀ ਖਤਮ ਕਰ ਜਾਣ ਸਮਝੌਤਾ ਕਰਕੇ। ਜੋ ਸਾਡੀ ਐਪਰੀਹੈਂਸ਼ਨ ਸੀ ਉਹ ਟਰੂ ਹੋ ਗਈ ਜਦੋਂ ਸਾਡੇ ਸਾਹਮਣੇ ਬੇਲ ਆਰਡਰ ਆਇਆ ਸਰ। ਇਨਫੈਕਟ ਜਿਹੜਾ ਇਹ ਬੇਲ ਆਰਡਰ ਦੇ ਵਿੱਚ ਕੰਪਰੋਮਾਈਜ਼ ਦਾ ਫੈਕਟਮ ਹੈ, ਜਿਹੜਾ ਕੰਪਲੇਨੈਂਟ ਕਹਿੰਦਾ ਜੀ ਸਾਡਾ ਸਮਝੌਤਾ ਹੋ ਗਿਆ, ਇੱਥੋਂ ਤੱਕ ਕਿ ਲੋਕਲ ਪੁਲਿਸ ਦੇ ਜਿਹੜੇ ਉੱਥੇ ਆਫੀਸਰ ਇਨਵੋਲਵਡ ਉੱਥੇ ਮੌਜੂਦ ਸੀਗੇ ਕੋਰਟ ਦੇ ਵਿੱਚ, ਉਹਨਾਂ ਦਾ ਵੀ ਬਿਆਨ ਰਿਕਾਰਡ ਕੀਤਾ ਗਿਆ ਬੇਲ ਆਰਡਰ 'ਚ ਕਿ ਜੀ ਇਹਨਾਂ ਦਾ ਸਮਝੌਤਾ ਹੋ ਗਿਆ। ਇਸ ਤੋਂ ਬਾਅਦ ਕੀ ਐਪਰੈਂਟ ਹੋ ਸਕਦਾ ਹੈ ਜੀ, ਸਭ ਮਿਲੀ ਭੁਗਤ ਸੀ ਇਹ। ਨਹੀਂ, ਪੁਲਿਸ ਨੇ ਉੱਥੇ ਚੈਲੰਜ ਨਹੀਂ ਕੀਤਾ ਜ਼ਮਾਨਤ ਨੂੰ ਕਿ ਨਹੀਂ ਜੀ ਅਸਲ ਜਿਹੜੇ ਪੀੜਤ ਨੇ ਹੋਰ ਨੇ, ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ, ਕੋਈ SP ਕਰਿਆ ਜੀ? ਨਹੀਂ ਸਰ, ਉਹਨਾਂ ਨੇ ਬਲਕਿ ਸਪੋਰਟ ਕੀਤਾ ਜੀ ਕਿ ਇਸ ਮੈਟਰ 'ਚ ਕੰਪਰੋਮਾਈਜ਼ ਹੋ ਚੁੱਕਿਆ। ਕਿਤੇ ਵੀ ਨਹੀਂ ਆਇਆ ਕਿ ਵਿਕਟਿਮ ਕੋਈ ਹੋਰ ਹੈ, ਇਹਨਾਂ ਨੇ ਸਿੰਪਲ ਇਹ ਕਿਹਾ ਜੀ ਕੰਪਲੇਨੈਂਟ ਤੇ ਅਕਿਊਜ਼ ਦਾ ਕੰਪਰੋਮਾਈਜ਼ ਹੋ ਚੁੱਕਿਆ। ਸਰ ਬੇਲ ਆਰਡਰ ਸਾਡੇ ਕੋਲ ਹੈਗੇ ਆ ਜੀ, ਜੋ ਨਿਚਲੀ ਕੋਰਟ ਦੇ ਅਸੀਂ ਹਾਈ ਕੋਰਟ ਦੇ ਵਿੱਚ ਵੀ ਲਗਾਏ, ਉਹਦੇ ਵਿੱਚ ਕਲੀਅਰਲੀ ਲਿਖਿਆ ਗਿਆ ਹੈ ਕਿ ਜੀ ਜੋ ਉੱਥੇ ਮੌਕੇ ਤੇ IO ਮੌਜੂਦ ਸੀਗੇ ਕੇਸ ਦੇ, ਉਹਨਾਂ ਨੇ ਕੋਰਟ ਦੇ ਵਿੱਚ ਇਹ ਬਿਆਨ ਦਿੱਤਾ ਹੈ ਕਿ ਜੀ ਇਹਨਾਂ ਦਾ ਸਮਝੌਤਾ ਹੋ ਗਿਆ। ਅੱਛਾ, ਜਿਹੜਾ ਅਸ਼ੋਕ ਕੁਮਾਰ ਹੋਣਾ ਨੇ ਡੀਡ ਬਣਾਈ ਹੈਗੀ ਸੀ ਜਾਂ ਉਹ ਵੀ ਸ਼ੋ ਹੋ ਚੁੱਕਾ ਕਿ ਉਹ ਵੀ ਫਰਜ਼ਰੀ ਸੀ ਜਾਂ ਫੇਕ ਸੀ ਸਾਰੇ ਜੀ? ਡੈਫੀਨਿਟਲੀ ਸਰ, ਦੇਖੋ ਸਰਕਮਸਟੈਂਸ਼ੀਅਲ ਐਵੀਡੈਂਸ ਬਹੁਤ ਹੈ ਜੀ ਉਹਦੇ ਵਿੱਚ ਜੋ ਪ੍ਰੂਵ ਕਰਦਾ ਕਿ ਉਹ ਫੇਕ ਹੈ। ਇਸ ਤੋਂ ਇਲਾਵਾ ਸਾਨੂੰ ਸਰਕਮਸਟੈਂਸ਼ੀਅਲ ਐਵੀਡੈਂਸ ਤੋਂ ਇਲਾਵਾ ਜੋ ਸਾਇੰਟੀਫਿਕ ਇਨਵੈਸਟੀਗੇਸ਼ਨ ਹੈ ਉਸ ਦੇ ਉੱਤੇ ਕਦੇ ਪੁਲਿਸ ਗਈ ਨਹੀਂ ਹੈ ਜੀ, ਕਦੇ ਸਿਗਨੇਚਰਸ ਦਾ ਮਿਲਾਪ ਨਹੀਂ ਕਰਾਇਆ, ਜੋ ਐਡਮਿਟਡਲੀ ਸਭ ਤੋਂ ਵੱਡਾ ਇੱਕ ਐਵੀਡੈਂਸ ਹੁੰਦਾ ਹੈ ਫॉर ਐਸਟੈਬਲੀਸ਼ਮੈਂਟ ਆਫ ਫੋਰਜਰੀ, ਉਹ ਕਦੇ ਨਹੀਂ ਹੋਇਆ। ਪਰ ਇਹ ਗੱਲ ਹੁਣ ਸਾਨੂੰ ਉੱਥੇ ਜਾਣ ਦੀ ਲੋੜ ਹੀ ਨਹੀਂ, ਕਿਉਂਕਿ ਜੋ FIR ਰਜਿਸਟਰ ਹੁੰਦੀ ਹੈ, ਜਾਂ ਤੁਸੀਂ ਹੁਣ ਓਬਵੀਅਸਲੀ ਇਹਨਾਂ ਦੇ ਬਿਆਨ ਵੀ ਸੁਣੇ ਹੋਣੇ, ਉਹ ਖੁਦ ਮੰਨ ਚੁੱਕੇ ਨੇ ਕਿ ਜੀ ਇਹ ਜਿਹੜੀ ਪਾਵਰ ਆਫ ਟਾਰਨੀ ਹੈ ਉਹ ਜਾਲੀ ਸੀ। ਇਸ ਕਰਕੇ ਐਡਮਿਟਡ ਫੈਕਟ ਹੈ ਜੀ, ਡਿਸਪਾਈਟ ਦੈਟ ਸਟੇਟ ਦੀ ਰਿਸਪੌਂਸਿਬਿਲਿਟੀ ਸੀ ਕਿ ਸਿਗਨੇਚਰਸ ਦਾ ਮਿਲਾਨ ਕੀਤਾ ਜਾਵੇ, ਬਟ ਉਹ ਪੁਲਿਸ ਨੇ ਇਦਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਇਸ ਕੇਸ। ਮਤਲਬ ਅਮਰਜੀਤ ਦੀ ਸ਼ਿਕਾਇਤ ਤੇ ਕੇਸ ਰਜਿਸਟਰਡ ਤੇ ਅਸ਼ੋਕ ਕੁਮਾਰ ਤੇ ਹੋਣਾ ਚਾਹੀਦਾ ਸੀ, ਕਰਮ ਸਿੰਘ ਤੇ ਹੋਣਾ ਚਾਹੀਦਾ ਸੀ, MLA ਤੇ ਹੋਣਾ ਚਾਹੀਦਾ ਸੀ, ਉਹਨਾਂ ਦੀ ਸ਼ਿਕਾਇਤ ਕੰਸੀਡਰ ਨਹੀਂ ਹੋਈ? ਡੈਫੀਨਿਟਲੀ ਸਰ, ਬਿਲਕੁਲ ਵੀ ਨਹੀਂ ਹੋਇਆ ਇਹ, ਬਲਕਿ ਸਾਡੇ ਹਾਈ ਕੋਰਟ ਦੇ ਆਰਡਰ ਦੇ ਵਿੱਚ ਮਾਨਯੋਗ ਜਸਟਿਸ ਸਾਹਿਬ ਨੇ ਵੀ ਇਹ ਆਬਜ਼ਰਵ ਕੀਤਾ ਹੈ ਜੀ। ਮੈਂ ਤੁਹਾਨੂੰ ਪੜ੍ਹਾਉਣਾ ਚਾਹੂੰਗਾ ਕਿ ਪਹਿਲੀ ਜਿਹੜੀ ਸਾਡੇ ਵੱਲੋਂ ਜਿਹੜੀ ਅਮਰਜੀਤ ਕੌਰ ਜੀ ਵੱਲੋਂ ਉਹਨਾਂ ਦੀ ਫੈਮਿਲੀ ਵੱਲੋਂ ਦਰਖਾਸਤ 19/5/2023 ਨੂੰ DGP ਸਾਹਿਬ ਨੂੰ ਦਿੱਤੀ ਜਾਂਦੀ ਹੈ ਜੀ। ਉਸ ਤੋਂ ਬਾਅਦ ਉਹ ਇੰਡੀਆ ਆਉਂਦੇ ਨੇ, 8/6/2023 ਨੂੰ SSP ਸਾਹਿਬ ਨੂੰ ਦਰਖਾਸਤ ਦਿੱਤੀ ਜਾਂਦੀ ਹੈ, ਜਿਹੜੀ SPD ਨੂੰ ਮਾਰਕ ਹੋ ਜਾਂਦੀ ਹੈ ਜੀ। ਉਸ ਤੋਂ ਬਾਅਦ ਉਹ 3-4 ਜਗ੍ਹਾ ਤੇ ਆਪਦੇ ਅਥਾਰਟੀਜ਼ ਕੋਲ ਜਾਂਦੇ ਨੇ ਜੀ ਆਪਦੇ ਗ੍ਰੀਵੈਂਸ ਲਈ। ਫਾਈਨਲੀ ਇੱਕ 10/6 ਨੂੰ ਵੀ ਇੱਕ ਦਰਖਾਸਤ ਦਿੱਤੀ ਜਾਂਦੀ ਹੈ ਜੋ NRI ਸੈੱਲ ਨੂੰ ਦਿੱਤੀ ਜਾਂਦੀ ਹੈ ਜੀ। ਇਹਦੇ ਵਿੱਚ ਜ਼ਿਕਰ ਵੀ ਆਉਂਦਾ ਹੈ ਜੀ, ਅਸੀਂ ਉੱਚ ਅਧਿਕਾਰੀਆਂ ਨੂੰ ਵੀ ਮਿਲੇ ਹਾਂ ਸਰ। ਇਨਫੈਕਟ ਜਦੋਂ ਕੁਝ ਵੀ ਨਹੀਂ ਹੁੰਦਾ, ਪ੍ਰੈਸ਼ਰ ਬਿਲਡ ਹੁੰਦਾ ਹੈ, ਤਾਂ ਇੱਕ 18/6 ਨੂੰ ਕਰਮ ਸਿੰਘ ਦਾ ਬਿਆਨ ਰਿਕਾਰਡ ਕਰਦੀ ਹੈ, ਜਿਹਦੇ ਤਹਿਤ ਅਗਲੇ ਹੀ ਦਿਨ 19/6 ਨੂੰ FIR ਰਜਿਸਟਰ ਕਰ ਦਿੱਤੀ ਜਾਂਦੀ ਹੈ ਜੀ। ਇਸ FIR ਦੇ ਵਿੱਚ ਜਿਹੜੀ NRI ਪੀੜਤ ਹੈਗੇ ਆ ਜੀ ਅਮਰਜੀਤ ਕੌਰ ਜੀ, ਉਹਨਾਂ ਦੇ ਬਿਆਨ ਦਾ ਜਾਂ ਉਹਨਾਂ ਦੀ ਕੋਈ ਵੀ ਕੰਪਲੇਂਟ ਦਾ 1% ਵੀ ਜ਼ਿਕਰ ਨਹੀਂ ਹੈਗਾ। ਮਤਲਬ ਅਮਰਜੀਤ ਕੌਰ ਦੀ ਜਗ੍ਹਾ ਜਗਰਾਓਂ ਪੁਲਿਸ ਨੇ, ਜਿੱਥੇ ਉੱਥੇ IPS ਆਫੀਸਰ ਲੱਗੇ ਨੇ, ਉਹਨਾਂ ਨੇ ਕਰਮ ਸਿੰਘ ਨੂੰ ਵਿਕਟਿਮ ਬਣਾਤਾ। ਸਰ ਕਰਮ ਸਿੰਘ ਨੂੰ ਵਿਕਟਿਮ ਵੀ ਬਣਾਤਾ, ਕੰਪਲੇਨੈਂਟ ਵੀ ਬਣਾਤਾ। ਜੋ ਐਕਚੁਅਲ ਵਿਕਟਿਮ ਹੈ ਅਮਰਜੀਤ ਕੌਰ ਜੀ, ਉਹਨਾਂ ਦੇ ਬਾਰੇ ਇਹਨਾਂ ਨੇ ਕਦੇ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ। ਇਹ ਸਭ ਤੋਂ ਵੱਡਾ ਸੌਰਡਿਡ ਸਟੇਟ ਆਫ ਅਫੇਅਰ ਹੈ ਜੀ ਪੁਲਿਸ ਦਾ, ਕਿ ਇਹਨਾਂ ਨੇ ਬੜੀ ਅਨਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕੀਤੀ ਹੈ ਜੀ। ਆਈ ਥਿੰਕ ਇਸੀ ਇਨਵੈਸਟੀਗੇਸ਼ਨ ਸਦਕਾ ਸਾਨੂੰ ਹਾਈ ਕੋਰਟ ਨੇ ਰਿਲੀਫ ਦਿੱਤਾ ਹੈ।
ਅੱਛਾ ਸੈਕੰਡ ਹੁਣ ਇਹ ਜਿਹੜੇ ਮੇਨ ਨੇ ਵਿਕਟਮ ਅਮਰਜੀਤ ਕੌਰ NRIs ਨੇ ਉਹਨਾਂ ਦੀ ਕੋਠੀ ਹਲੇ ਉਹਨਾਂ ਕੋਲ ਨਹੀਂ ਆਈ ਹੈ। ਇਹ ਤੋਂ ਪਹਿਲਾਂ ਕਹਿੰਦੇ ਕਿ ਚਾਬੀਆਂ ਫੜਾ ਦਿੱਤੀਆਂ ਹੈਗੀ, ਕਾਨੂੰਨੀ ਤੌਰ ਤੇ ਨਹੀਂ ਜ਼ੁਬਾਨੀ ਕਲਾਮੀ ਹੈਗੀ ਹੈ। ਹਾਂਜੀ ਸਰ, ਇਹ ਗੱਲ ਬਿਲਕੁਲ ਸੱਚ ਹੈ ਜੀ। ਇਹ ਮੀਡੀਆ ਦੇ ਵਿੱਚ ਇਹਨਾਂ ਨੇ ਇੱਕ ਐਫੀਡੇਵਿਟ ਦਿੱਤਾ ਕਿ ਸਾਡਾ ਸਮਝੌਤਾ ਅਸੀਂ ਕਰਕੇ ਕੋਠੀ ਦੇਤੀ। ਹਾਲਾਂਕਿ ਕੋਠੀ ਦਾ ਪੋਜੈਸ਼ਨ ਜ਼ਰੂਰ ਇਹਨਾਂ ਨੂੰ ਮਿਲ ਗਿਆ ਹੈ, ਬਟ ਟਾਈਟਲ ਆਫ ਦ ਪ੍ਰੋਪਰਟੀ ਉਹ ਹਜੇ ਵੀ ਕਰਮ ਸਿੰਘ ਦੇ ਨਾਮ ਤੇ ਹੈ ਜੀ। ਉਹਦੇ ਲਈ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਜੀ, ਇੱਕ ਅਸੀਂ ਸਿਵਲ ਸੂਟ ਫਾਈਲ ਕੀਤਾ ਜਗਰਾਵਾਂ ਕੋਰਟ ਦੇ ਵਿੱਚ ਜੋ ਹਤੇ ਲੰਬਿਤ ਹੈ ਜੀ। ਉਹਦੇ ਵਿੱਚ ਫਿਲਹਾਲ ਹਾਲ ਦੀ ਘੜੀ ਇੱਕ ਸਾਨੂੰ ਇੰਨਾ ਰਿਲੀਫ ਜ਼ਰੂਰ ਮਿਲਿਆ। ਆਰਡਰ 39 ਰੂਲ 1 ਐਂਡ 2 ਹੁੰਦਾ ਜੀ, ਉਹਦੇ ਵਿੱਚ ਇੰਟੈਰਿਮ ਇੰਜੰਕਸ਼ਨ ਗ੍ਰਾਂਟ ਕੀਤੀ ਹੈ ਕੋਰਟ ਨੇ, ਜਿਹਦੇ ਉੱਤੇ ਕਰਮ ਸਿੰਘ ਦੇ ਉੱਤੇ ਤੇ ਇਹਨਾਂ ਅਸ਼ੋਕ ਕੁਮਾਰ ਦੇ ਉੱਤੇ ਇੰਕਲੂਡਿੰਗ MLA ਸਾਹਿਬਾਨ ਇਹਨਾਂ ਦੇ ਉੱਤੇ ਰੋਕ ਲਾਈ ਹੈ ਕਿ ਤੁਸੀਂ ਇਹ ਪ੍ਰੋਪਰਟੀ ਨੂੰ ਅੱਗੇ ਕਦੇ ਸੇਲ ਨਹੀਂ ਕਰੋਗੇ, ਕਿਸੇ ਹੋਰ ਨੂੰ ਪੋਜੈਸ਼ਨ ਨਹੀਂ ਦਿਓਗੇ। ਸਾਨੂੰ ਉਸ ਚੀਜ਼ ਦਾ ਰਿਲੀਫ ਮਿਲਿਆ। ਉਸ ਕੇਸ ਦੀ ਵੀ ਅੱਜ ਅਗਲੀ ਸੁਣਵਾਈ ਅੱਜ ਦੀ ਹੀ ਲੰਬਿਤ ਹੈ ਜੀ ਜਗਰਾਵਾਂ ਕੋਰਟ ਦੇ ਵਿੱਚ। ਮਤਲਬ ਦੋ ਕੇਸ, ਇੱਕ ਸਿਵਲ ਹੈ ਇੱਕ ਕ੍ਰਿਮੀਨਲ ਹੈ ਜੀ। ਹਾਂਜੀ ਸਰ, ਦੋ ਕੇਸ ਹੈ ਜੀ, ਕਿਉਂਕਿ ਇਸ ਪੂਰੇ ਐਕਟ ਦੇ ਵਿੱਚ ਜੀ ਇੱਕ ਤਾਂ ਸਿਵਲ ਰਾਈਟ ਅਗਲੇ ਦਾ ਵਾਇਲੇਟ ਹੋ ਗਿਆ ਜੀ, ਉਹਨਾਂ ਦੀ ਪ੍ਰੋਪਰਟੀ ਲੈ ਗਏ ਉਹ ਬਿਨਾਂ ਕਿਸੇ ਟਾਈਟਲ ਤੋਂ। ਇਸ ਲਈ ਅਸੀਂ ਸਿਵਲ ਸੂਟ ਇਹ ਫਾਈਲ ਕੀਤਾ ਜੀ। ਜਿਹੜੀ ਪਾਵਰ ਆਫ ਅਟਾਰਨੀ ਹੈ, ਸੇਲ ਡੀਡ ਹੈ, ਰੈਂਟ ਐਗਰੀਮੈਂਟ ਹੈ, ਇੰਤਕਾਲ ਹੋਏ ਪ੍ਰੋਪਰਟੀ ਦੇ, ਉਹ ਸਭ ਗਲਤ ਨੇ ਜੀ, ਉਹਨਾਂ ਨੂੰ ਤੋੜਿਆ ਜਾਵੇ ਤੇ ਸਾਨੂੰ ਰਿਸਟੋਰ ਕੀਤਾ ਜਾਵੇ। ਦੂਜਾ ਕ੍ਰਿਮੀਨਲ ਕੇਸ ਹੈ ਜੀ, ਜਦੋਂ ਇੱਕ ਕ੍ਰਿਮੀਨਲ ਐਕਟ ਕੰਡਕਟ ਹੋ ਗਿਆ ਜੀ, ਜਾਲੀ ਡਾਕੂਮੈਂਟ ਤਿਆਰ ਹੋ ਗਏ, ਫੋਰਜਰੀ ਕ੍ਰੀਏਟ ਹੋ ਗਈ, ਗਵਰਨਮੈਂਟ ਦੇ ਰਿਕਾਰਡ ਦੇ ਵਿੱਚ ਫੋਰਜਰੀ ਹੋ ਗਈ, ਉਹ ਇੱਕ ਬਹੁਤ ਵੱਡਾ ਕ੍ਰਿਮੀਨਲ ਅਫੈਂਸ ਬਣ ਜਾਂਦਾ ਜੀ। ਅਪਾਰਟ ਫਰੋਮ ਦੀ ਚੀਟਿੰਗ, ਫੋਰਜਰੀ ਇਟਸੈਲਫ ਇਜ਼ ਅ ਕ੍ਰਿਮੀਨਲ ਅਫੈਂਸ, ਤੇ ਇਸ ਕਰਕੇ ਇੱਕ ਐਂਗਲ ਵੀ ਇਸ ਮੈਟਰ ਦਾ ਹੈ। ਅਸ਼ੋਕ ਕੁਮਾਰ ਹੁਣਾਂ ਦੇ ਨਾਮ ਤੇ ਕਦੋਂ ਘਰ ਚੜਿਆ ਗਿਆ ਜੀ ਰਿਕਾਰਡ ਦੇ ਵਿੱਚ? ਸਰ ਅਸ਼ੋਕ ਕੁਮਾਰ ਇੱਕ ਪਾਵਰ ਆਫ ਅਟਾਰਨੀ ਹੋਲਡਰ ਹੈ ਜੀ, ਜੋ ਕਹਿੰਦਾ ਜੀ ਐਲੀਜਿਡਲੀ ਕਹਿੰਦਾ ਮੈਨੂੰ 21/3/2005 ਦੀ ਪਾਵਰ ਆਫ ਅਟਾਰਨੀ ਮੇਰੇ ਨਾਂ ਦੇ ਉੱਤੇ ਅਮਰਜੀਤ ਕੌਰ ਜੀ ਨੇ ਕੀਤੀ ਸੀ, ਜੋ ਅਸੀਂ ਕਹਿੰਦੇ ਹਾਂ ਫੋਰਜ ਐਂਡ ਫੈਬਰੀਕੇਟਡ ਹੈ। ਇਸ ਦੇ ਤਹਿਤ ਇੱਕ ਸੇਲ ਡੀਡ ਸਰ ਐਗਜ਼ੀਕਿਊਟ ਕਰਦਾ ਹੈ ਅਸ਼ੋਕ ਕੁਮਾਰ 11/5/2023 ਨੂੰ ਜੀ, ਜਿਹਦੇ ਵਿੱਚ ਅਸ਼ੋਕ ਕੁਮਾਰ ਕਹਿੰਦਾ ਜੀ ਮੈਂ ਅਮਰਜੀਤ ਕੌਰ ਦਾ ਪਾਵਰ ਅਟਾਰਨੀ ਹੋਣ ਦੇ ਨਾਤੇ ਇਹ ਪ੍ਰੋਪਰਟੀ ਕਰਮ ਸਿੰਘ ਨੂੰ ਵੇਚਦਾ। 11/5 ਦੀ ਪਾਵਰ ਆਫ ਅਟਾਰਨੀ ਦੇ ਬੇਸ ਦੇ ਉੱਤੇ ਇੱਕ ਰੈਂਟ ਐਗਰੀਮੈਂਟ ਤਿਆਰ ਹੁੰਦਾ ਹੈ ਜੀ ਕਰਮ ਸਿੰਘ ਵੱਲੋਂ, ਜੋ ਆਪਣੇ MLA ਸਾਹਿਬ ਹੈ ਉਹਨਾਂ ਦੇ ਹਸਬੈਂਡ ਦੇ ਨਾਮ ਦੇ ਉੱਤੇ ਜੀ। ਸਰ ਇਹ ਬੜਾ ਇੰਟਰਸਟਿੰਗ ਡਾਕੂਮੈਂਟ ਹੈ ਜੀ। ਇਹ ਡਾਕੂਮੈਂਟ ਆਪਾਂ ਆਮ ਸੁਣਿਆ ਹੋਣਾ ਜੀ, 11 ਮਹੀਨੇ ਦਾ ਰੈਂਟ ਐਗਰੀਮੈਂਟ ਹੁੰਦਾ ਜੀ, ਕਿਉਂਕਿ ਲਾਅ ਦੀ ਪ੍ਰੋਵੀਜ਼ਨ ਹੈ ਜੇ ਸਾਲ ਤੋਂ ਵੱਧ ਹੁੰਦਾ ਹੈ ਤਾਂ ਉਹਦੇ ਨੂੰ ਰਜਿਸਟਰ ਕਰਾਉਣਾ ਜ਼ਰੂਰੀ ਹੈ। ਅਨਲਿਮਿਟਿਡ ਟਾਈਮ ਲਈ ਰੈਂਟ ਐਗਰੀਮੈਂਟ ਹੈ, ਉਹਦੇ ਵਿੱਚ ਕੋਈ ਟਾਈਮ ਨਹੀਂ ਹੈ ਕਿ 11 ਮਹੀਨੇ ਹੈ, 1 ਸਾਲ ਹੈ, 2 ਸਾਲ ਹੈ, ਕੋਈ ਟਾਈਮ ਲਿਮਿਟ ਨਹੀਂ ਹੈਗੀ ਜੀ। ਅਨਲਿਮਿਟਿਡ ਟਾਈਮ ਲਈ ਅਸੀਂ ਜਿਹਨੂੰ ਕਹਿੰਦੇ ਹਾਂ ਇਨ ਪ੍ਰੈਪਚੁਟੀ ਦੇ ਦਿੱਤਾ ਗਿਆ, ਰੈਂਟ ਐਗਰੀਮੈਂਟ ਐਗਜ਼ੀਕਿਊਟ ਕਰਤਾ ਤੇ ਮੌਕੇ ਤੇ MLA ਸਾਹਿਬ ਦੇ ਹਸਬੈਂਡ ਨੂੰ ਪ੍ਰੋਪਰਟੀ ਦੇ ਹੈਂਡਓਵਰ ਕਰ ਦਿੱਤੀ ਗਈ, ਜਿਸ 'ਚ ਆਪਾਂ ਨੂੰ ਸਭ ਪਤਾ ਕਿ MLA ਸਾਹਿਬ ਰਹਿੰਦੇ ਰਹੇ ਨੇ ਉਸ ਪ੍ਰੋਪਰਟੀ 'ਚ। ਸੋ ਇਹ ਗੱਲਾਂ ਕਿਤੇ ਨਾ ਕਿਤੇ ਸਭ ਲਿੰਕ ਕਰਦੀਆਂ ਨੇ ਕਿ ਕੌਣ ਇਸ ਕਨਸਪੀਰੇਸੀ 'ਚ ਇਨਵੋਲਵਡ ਹੈ। ਜਿਹੜੀ ਪਾਵਰ ਆਫ ਅਟਾਰਨੀ ਆ ਜਿਹੜੀ 2005 ਵਾਲੀ ਆ ਅਸ਼ੋਕ ਕੁਮਾਰ ਦੇ ਨਾਮ ਤੇ ਬੋਲਦੀ ਹੈਗੀ ਆ, ਉਹ ਕਿੱਥੇ ਰਜਿਸਟਰਡ, ਕਿੱਥੇ ਉਹ ਵੈਰੀਫਾਈਡ ਹੈ ਕਿ ਉਹ ਜਦੋਂ ਪਾਵਰ ਆਫ ਅਟਾਰਨੀ ਰਜਿਸਟਰਡ ਜਾਂ ਅਮਰਜੀਤ ਕੌਰ ਹੈ ਸੀ, ਕੋਈ ਨੰਬਰਦਾਰ ਦਾ ਜਾਂ ਨਾਇਬ ਤਹਿਸੀਲਦਾਰ ਕੋਲ ਰਜਿਸਟਰਡ ਹੋਈ ਹੈ ਜਾਂ ਸਬ ਰਜਿਸਟਰ ਕੋਲ ਰਜਿਸਟਰਡ? ਬਹੁਤ ਵਧੀਆ ਸਵਾਲ ਪੁੱਛਿਆ। ਆਈ ਵੁੱਡ ਸੇ ਅਸੀਂ ਇਸ ਮੈਟਰ ਤੇ ਹਾਈ ਕੋਰਟ 'ਚ ਦਿਖਾਇਆ ਵੀ ਸੀਗਾ ਸਰ। ਇਹ ਮੈਟਰ ਜਦੋਂ ਇਹ ਅਸੀਂ ਪਾਵਰ ਆਫ ਅਟਾਰਨੀ ਦੀ ਗੱਲ ਕੀਤੀ, ਇਹਦੇ ਵਿੱਚ ਇੱਕ ਨਾਲ ਵੈਰੀਫਿਕੇਸ਼ਨ ਰਿਪੋਰਟ ਆਉਂਦੀ ਹੈ ਜੀ। ਮੈਂ ਡਾਕੂਮੈਂਟ ਹੈਗਾ ਜੀ, ਇਹ ਸਬ ਰਜਿਸਟਰਾਰ ਵੱਲੋਂ 2 ਮਾਰਚ 2023 ਨੂੰ ਵੈਰੀਫਿਕੇਸ਼ਨ ਰਿਪੋਰਟ ਆਉਂਦੀ ਹੈ। ਵੈਰੀਫਿਕੇਸ਼ਨ ਰਿਪੋਰਟ ਦੇ ਵਿੱਚ ਸਰ ਇਹਨਾਂ ਨੇ ਵੈਰੀਫਿਕੇਸ਼ਨ ਰਿਪੋਰਟ ਦਿੱਤੀ ਹੈ। ਇਟ ਇਜ਼ ਰਿਕੁਐਸਟਡ, ਇਹ ਮੈਂ ਟ੍ਰਾਂਸਲੇਸ਼ਨ ਪੜ੍ਹਦੇ ਹਾਂ ਜੀ, ਦੈਟ ਐਜ਼ ਪਰ ਰਿਕਾਰਡ ਜਨਰਲ ਪਾਵਰ ਆਫ ਅਟਾਰਨੀ ਨੰਬਰ 3701 ਡੇਟਡ 21/5/21 ਆਉਣਾ ਸੀ, 21/3/2005 ਇਜ਼ ਕਰੈਕਟ, ਬਟ ਡਿਊ ਟੂ ਰਿਪੀਟਡ ਰੇਨੀ ਵਾਟਰਸ ਦ ਕਾਪੀ ਦੇਅਰ ਆਫ ਕੈਨੋਟ ਬੀ ਸਪਲਾਈਡ। ਸਰ ਇਹ ਬਹੁਤ ਵੱਡਾ ਗੱਲ ਹੈ ਕਿ ਜੀ ਇਹ ਕਹਿੰਦੇ ਨੰਬਰ ਤਾਂ ਠੀਕ ਹੈ ਜਿਹੜਾ ਵਸੀਕੇ ਦਾ ਲੱਗਿਆ ਹੈ, ਬਟ ਕਿਉਂਕਿ ਇੱਥੇ ਬਾਰਿਸ਼ਾਂ ਬਾਰ-ਬਾਰ ਆਈਆਂ ਇਸ ਕਰਕੇ ਸਾਡੇ ਕੋਲ ਇਹਦਾ ਰਿਕਾਰਡ ਅਸਲ ਨਹੀਂ ਹੈਗਾ। ਮਤਲਬ ਅਸਲ ਪਾਵਰ ਆਫ ਅਟਾਰਨੀ ਰਿਕਾਰਡ ਦੇ ਵਿੱਚ ਵੀ ਨਹੀਂ ਹੈਗੀ ਜੀ। ਮਤਲਬ ਇਹੋ ਹੀ ਪਾਵਰ ਅਟਾਰਨੀ ਬਾਰਿਸ਼ ਦੇ ਕਰਕੇ ਖਰਾਬ ਹੋ ਗਈ, ਬਾਰਿਸ਼ ਦੇ ਕਰਕੇ ਖਰਾਬ ਹੋ ਗਈ ਜਾਂ ਜਿੱਦਾਂ ਵੀ ਜਾਂ ਹੈਗੀ ਸੀ ਨਹੀਂ ਹੈਗੀ ਸੀ, ਇਹ ਤਾਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਸਰ। 3105 ਨੰਬਰ ਖਰਾਬ ਹੈ, 3104 ਸਹੀ ਹੋ ਸਕਦਾ, 3103 ਸਹੀ ਹੋ ਸਕਦਾ, 3701 ਨੰਬਰ ਸੌਰੀ 3701 ਖਰਾਬ ਹੋ ਗਈ, ਪੂਰਾ 3700 ਵੀ ਸਹੀ ਹੋ ਸਕਦਾ, 3702 ਵੀ ਸਹੀ ਹੋ ਬਿਲਕੁਲ ਹੋ ਸਕਦਾ ਸਰ। ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ, ਬਟ ਹੁਣ ਇਸ ਗੱਲ ਦੇ ਉੱਤੇ ਇਨਵੈਸਟੀਗੇਸ਼ਨ ਕੋਈ ਕਰੇ, ਪੁਲਿਸ ਨੇ ਇਸ ਗੱਲ ਤੇ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਜੀ। ਇਹ ਸਭ ਤੋਂ ਪੈਕਿਊਲਰ ਫੈਕਟ ਹੈ। ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ, ਯੂ ਹੈਮਰਡ ਇਟ ਸਰ, ਕਿ ਜੇ ਇਹ ਵਾਲੀ ਪਾਣੀ 'ਚ ਡੁੱਬੀ ਹੋ ਸਕਦੀ ਹੈ, ਬਾਕੀਆਂ ਦਾ ਕੀ ਹੈ? ਉਹ ਰਿਕਾਰਡ ਵੈਰੀਫਾਈ ਕੀਤਾ ਕਿਸੇ ਨੇ? ਇਹ ਕਿਤੇ ਕੋਈ ਇਨਵੈਸਟੀਗੇਸ਼ਨ ਸਾਇਲੈਂਟ ਹੈ। ਮਤਲਬ ਕੋਈ ਰਿਕਾਰਡ ਨਹੀਂ ਹੈਗਾ ਜਿਹੜਾ 2005 ਵਾਲੀ ਹੈ। ਤੇ ਜਿਹੜੀ ਕਰਮ ਸਿੰਘ ਦੇ ਨਾਮ ਤੇ ਟ੍ਰਾਂਸਫਰ ਕੀਤੀ ਉਹਦਾ ਰਿਕਾਰਡ ਹੈ? ਉਹਦੇ 'ਚ ਸਿੰਘ ਦੇ ਨਾਮ ਤੇ ਤਾਂ ਸੇਲ ਡੀਡ ਕੀਤੀ ਜਾਂਦੀ ਹੈ ਇਸ ਡਾਕੂਮੈਂਟ ਦੇ ਬੇਸ ਦੇ ਉੱਤੇ, ਜਿਹੜੀ 11/5 ਨੂੰ ਹੈ, ਉਹ ਬਕਾਇਦਾ ਰਜਿਸਟਰਡ ਡਾਕੂਮੈਂਟ ਹੈ, ਪਰ ਉਹ ਪਾਵਰ ਆਫ ਅਟਾਰਨੀ ਦੇ ਵੱਲੋਂ ਹੈ। ਉਸ ਪਾਵਰ ਆਫ ਅਟਾਰਨੀ ਦੇ ਉਸ ਸੇਲ ਡੀਡ ਦੇ ਵਿੱਚ ਹੀ ਇਹ ਰਿਪੋਰਟ ਲੱਗੀ ਹੈ, ਵੈਰੀਫਿਕੇਸ਼ਨ ਰਿਪੋਰਟ। ਇਹ ਵੀ ਸਰ ਇਹ ਤਾਂ ਪਤਾ ਲੱਗਦਾ ਕਿ ਪ੍ਰਕਿਉਰਡ ਰਿਪੋਰਟ ਲੱਗਦੀ ਹੈ ਤਾਂ ਕਿ ਉਹ ਪਾਵਰ ਆਫ ਜਿਹੜੀ ਸੇਲ ਡੀਡ ਹੈ ਐਗਜ਼ੀਕਿਊਟ ਹੋ ਸਕੇ।
ਅੱਛਾ, ਇਹਦਾ ਮਤਲਬ ਹੈ ਕਿ ਹੁਣ ਜਿਹੜੇ ਵਿਕਟਮ ਅਸਲੀ ਨੇ ਅਮਰਜੀਤ ਕੌਰ, ਉਹਨਾਂ ਨੂੰ ਲੜਾਈ ਲੰਮੀ ਲੜਨੀ ਪਊਗੀ ਕਿਉਂਕਿ ਪੋਲੀਟੀਕਲ ਇਨਵੋਲਵਮੈਂਟ ਆ, ਪੁਲਿਸ ਵੀ ਸਾਥ ਨਹੀਂ ਦੇ ਰਹੀ। ਸਰ ਦੇਖੋ, ਇਸ ਚੀਜ਼ ਦੇ ਵਿੱਚ ਮੈਂ ਜ਼ਰੂਰ ਦੱਸੂੰਗਾ ਜੀ, ਅਸੀਂ ਧੰਨਵਾਦ ਆ ਹਾਈ ਕੋਰਟ ਦੇ ਜਿਨ੍ਹਾਂ ਨੇ ਸਾਨੂੰ ਫਸਟ ਸਟੈਪ ਦੇ ਉੱਤੇ ਰਿਲੀਫ ਦਿੱਤਾ ਹੈ, ਅਤੇ ਸਾਨੂੰ ਆਸ ਹੈ ਕਿ ਸਾਡਾ ਜੋ ਵੀ ਅਸੀਂ ਜਿਸ ਸੱਟੇ ਨਾਲ ਚੱਲੇ ਆ ਅਸੀਂ ਜਲਦੀ ਅਚੀਵ ਕਰਾਂਗੇ। ਹੁਣ ਨੈਕਸਟ ਡੇਟ ਇਹਦੀ 2 ਨਵੰਬਰ 2023 ਹੈ, ਅਤੇ ਅਸੀਂ ਹੋਪਫੁਲ ਹਾਂ ਕਿ ਸਾਨੂੰ 2 ਨਵੰਬਰ ਨੂੰ ਕੋਈ ਰਿਲੀਫ ਮਿਲੂਗਾ। ਜੇ ਸਾਡੀ ਇਨਵੈਸਟੀਗੇਸ਼ਨ CBI ਨੂੰ ਟ੍ਰਾਂਸਫਰ ਹੋ ਜਾਂਦੀ ਹੈ ਜੀ, ਸਾਨੂੰ ਹੋਪ ਹੈ ਕਿ ਸਾਨੂੰ ਰਿਲੀਫ ਜ਼ਰੂਰ ਮਿਲੂਗਾ ਸਰ। ਅੱਛਾ, ਇਹਦੇ 'ਚ MLA ਨੂੰ ਕਿਸ ਬੇਸ ਤੇ ਪਾਰਟੀ ਬਣਾਏ ਗਏ ਹੈਗੇ ਜੀ? ਸਰ ਸਾਡੀ ਡੇ 1 ਤੋਂ ਫਸਟ ਰਿਪਰੈਜ਼ੈਂਟੇਸ਼ਨ ਜੋ ਫਸਟ ਕੰਪਲੇਂਟ ਪੁਲਿਸ ਨੂੰ ਅਸੀਂ ਦਿੱਤੀ ਹੈ, ਉਹ ਦੇ ਵਿੱਚ ਅਸੀਂ ਸਪਸ਼ਟ ਲਿਖਿਆ ਹੈ ਕਿ ਜਦੋਂ ਇਹ NRI ਫੈਮਿਲੀ ਕੈਨੇਡਾ ਦੇ ਵਿੱਚ ਸੀ, ਇਹਨਾਂ ਨੂੰ ਦੋਸਤਾਂ ਤੋਂ, ਮਿੱਤਰਾਂ ਤੋਂ ਅਤੇ ਲੋਕਲ ਰਿਸ਼ਤੇਦਾਰਾਂ ਤੋਂ ਪਤਾ ਲੱਗਦਾ ਹੈ ਕਿ ਸਾਡੀ ਪ੍ਰੋਪਰਟੀ 'ਤੇ ਕਬਜ਼ਾ ਹੋ ਗਿਆ, ਤਾਂ ਇਹਨਾਂ ਨੂੰ ਇਹ ਸ਼ੰਕਾ ਸੀ। ਉਹਨਾਂ ਦੇ ਲੋਕਾਂ ਨੇ ਦੱਸਿਆ ਕਿ ਜੀ ਮੌਜੂਦਾ MLA ਸਾਹਿਬ ਨੇ ਤੁਹਾਡੀ ਪ੍ਰੋਪਰਟੀ 'ਤੇ ਕਬਜ਼ਾ ਕਰਾਇਆ। ਡੇ 1 ਤੋਂ ਉਹਨਾਂ ਦੀ ਇਨਵੋਲਵਮੈਂਟ ਆ ਰਹੀ ਹੈ ਜੀ। ਤੁਸੀਂ ਮੀਡੀਆ 'ਚ ਵੀ ਸਾਰਾ ਕੁਝ ਕਵਰ ਕੀਤਾ ਜੀ। ਅਸੀਂ ਫੋਟੋਗ੍ਰਾਫਸ ਲਗਾਈਆਂ ਸੀ ਕਰਮ ਸਿੰਘ ਦੀਆਂ। ਕਰਮ ਸਿੰਘ ਹਰ ਵੇਲੇ ਇਲੈਕਸ਼ਨਾਂ ਦੇ ਵਿੱਚ, ਆਫਟਰ ਇਲੈਕਸ਼ਨ ਹਰ ਪੋਲੀਟੀਕਲ ਫੰਕਸ਼ਨ ਦੇ ਵਿੱਚ ਮੈਡਮ ਦੇ ਨਾਲ ਰਹਿੰਦਾ ਜੀ। ਉਹ ਫੋਟੋਗ੍ਰਾਫਸ ਬੜੀਆਂ ਐਪਰੈਂਟ ਹੈ ਕਿ ਇਹਨਾਂ ਦੀ ਕੋਲੀਜਨ ਹੈ। ਪਲੱਸ ਤੁਸੀਂ ਇਹ ਦੇਖੋ, ਪ੍ਰੋਪਰਟੀ ਦਾ ਐਂਡ ਆਫ ਦੀ ਡੇ ਬੈਨੀਫੀਸ਼ਰੀ ਕੌਣ ਹੈ ਜੀ? ਉੱਥੇ ਰਿਹਾ ਕੌਣ? ਉਹ ਪ੍ਰੋਪਰਟੀ ਕਿਹਦੇ ਕੋਲ ਗਈ? ਉਹ MLA ਸਾਹਿਬ ਕੋਲ ਗਈ, ਉੱਥੇ ਉਹਨਾਂ ਦਾ ਆਫਿਸ ਸੀਗਾ ਜੀ। ਸੋ ਇਸ ਤੋਂ ਬਾਅਦ ਮੇਰੇ ਹਿਸਾਬ ਨਾਲ ਹੋਰ ਕੁਝ ਨਹੀਂ ਰਹਿ ਜਾਂਦਾ ਇੱਕ ਲਿੰਕ ਐਵੀਡੈਂਸ ਨੂੰ ਜੋੜਨ ਲਈ ਕਿ ਇਨਵੋਲਵਮੈਂਟ ਕਿਹਦੀ ਪਿੱਛੇ ਹੈ। ਇਹ ਰੂਟੀਨ ਕੋਰਟ ਦੇ ਵਿੱਚ ਗਿਆ ਕਿ ਜਿੱਦਾਂ ਸੁਪਰੀਮ ਕੋਰਟ ਦੀ ਤੁਸੀਂ ਦੱਸ ਰਹੇ ਹੈਗੇ ਕਿ ਪਾਸ ਹੋਏ ਨੇ ਆਰਡਰ ਕਿ ਜਿੱਥੇ MLA ਜਾਂ MP ਜਾਂ ਸਪੈਸ਼ਲ ਕੋਰਟ ਹੀ ਸੁਣਵਾਈ ਕਰੇਗੀ? ਬਿਲਕੁਲ ਸਰ, ਇਹ ਇੱਕ ਸਪੈਸ਼ਲ ਬੈਂਚ ਕਨਸਟੀਟਿਊਟ ਕੀਤਾ ਗਿਆ ਹੈ ਜੀ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ। MLA MP ਰੋਸਟਰ ਕਹਿੰਦੇ ਨੇ ਜੀ, ਇਹ ਉਸ ਰੋਸਟਰ 'ਚ ਗਿਆ ਹੈ। ਇਸ ਰੋਸਟਰ ਦੇ ਵਿੱਚ ਜਿੰਨੇ ਵੀ ਮੌਜੂਦਾ MLA MPs ਹੋਣ, ਸਾਬਕਾ MLA MP, ਮੌਜੂਦਾ ਮੰਤਰੀ, ਸਾਬਕਾ ਮੰਤਰੀ ਹੋਣ, ਇਹਨਾਂ ਦੇ ਮੈਟਰਸ ਕ੍ਰਿਮੀਨਲ ਕੇਸਿਸ ਇਸੇ ਬੈਂਚ 'ਤੇ ਲੱਗਦੇ ਹੈ। ਇਸ ਵੇਲੇ ਮਾਨਯੋਗ ਜਸਟਿਸ ਵਿਕਾਸ ਬਹਿਲ ਜੀ ਹੈ ਜੀ, ਉਹਨਾਂ ਦੇ ਕੋਲ ਇਹ ਰੋਸਟਰ ਹੈਗਾ ਜੀ। ਇਹ ਸਾਡੀ ਸੁਣਵਾਈ ਮਾਨਯੋਗ ਜਸਟਿਸ ਵਿਕਾਸ ਬਹਿਲ ਜੀ ਦੀ ਕੋਰਟ 'ਚ ਹੀ ਹੋਈ ਸੀ, ਅਤੇ ਉਹਨਾਂ ਨੇ ਹੀ ਸਾਨੂੰ ਇਹ ਰਿਲੀਫ ਦਿੱਤਾ ਹੈ। ਡੈਮੇਜ ਦਾ ਵੀ ਪਾਇਆ ਕਿਉਂਕਿ ਉਹ ਪਰਿਵਾਰ ਕਹਿ ਰਹੇ ਸੀ ਕਿ ਕੋਠੀ ਦੀ ਬੜੀ ਤੋੜ ਫੈਨ ਹੋ ਗਈ, ਤਾਂ ਪੱਖੇ, AC, ਟਿਊਬਾਂ, ਫਿਰ ਟੂਟੀਆਂ ਸਭ ਕੁਝ ਲਾ ਕੇ ਲੈ ਗਏ ਸੀ। ਹਾਂਜੀ ਸਰ, ਇਹ ਗੱਲ ਉਹਨਾਂ ਨੇ ਜ਼ਰੂਰ ਇਸ ਗੱਲ ਦਾ ਜ਼ਿਕਰ ਕੀਤਾ ਸੀ। ਜੋ ਸਾਡੇ ਸਿਵਲ ਸੂਟ ਜੋ ਅਸੀਂ ਜਗਰਾਓਂ ਪਾਇਆ ਉਹਦੇ ਵਿੱਚ ਜ਼ਰੂਰ ਆਇਆ ਜ਼ਿਕਰ, ਬਟ ਇੱਥੇ ਅਸੀਂ ਸਿਰਫ ਕ੍ਰਿਮੀਨਲ ਐਕਸ਼ਨ ਮੰਗ ਰਹੇ ਹਾਂ ਜੀ। ਇਸ ਕਰਕੇ ਇਸੇ ਡੈਮੇਜਸ ਅਸੀਂ ਨਹੀਂ ਮੰਗੇ, ਕਿਉਂਕਿ ਇੱਥੇ ਸਿਰਫ ਅਸੀਂ ਇਨਵੈਸਟੀਗੇਸ਼ਨ ਨੂੰ ਇੱਕ ਲੌਜੀਕਲ ਕੰਕਲੂਜਨ 'ਤੇ ਲਿਜਾਣ ਦੀ ਡਿਮਾਂਡ ਕੀਤੀ ਹੈ ਕਿ ਇਨਵੈਸਟੀਗੇਸ਼ਨ ਨੂੰ ਟ੍ਰਾਂਸਫਰ ਕਰਕੇ ਇੱਕ CBI ਨੂੰ ਦਿੱਤਾ ਜਾਵੇ। ਸੋ ਇਸ ਕਰਕੇ ਇਸ ਕੇਸ ਦੇ ਵਿੱਚ ਹਾਈ ਕੋਰਟ ਦੇ ਵਿੱਚ ਅਸੀਂ ਡੈਮੇਜਸ ਨਹੀਂ ਮੰਗੇ, ਬਟ ਅਸੀਂ ਸਿਵਲ ਸੂਟ ਦੇ ਵਿੱਚ ਆਪਣੇ ਡੈਮੇਜਸ ਜ਼ਰੂਰ ਮੰਗੇ ਨੇ ਸਰ। ਅੱਛਾ, ਲੁਧਿਆਣਾ ਦਾ ਸਿਵਲ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਸੇਮ ਹੀ, ਕਿਸੇ ਨੇ ਇਨਸਾਫ ਨਹੀਂ ਦਿੱਤਾ ਕਿ ਉਲਟਾ ਜਿਨ੍ਹਾਂ ਨੇ ਕੋਠੀ 'ਤੇ ਕਬਜ਼ਾ ਕੀਤਾ ਉਹਨਾਂ ਦੀ ਸਪੋਰਟ ਕਰਦਾ ਰਿਹਾ ਜੀ? ਸਰ ਇਹ ਗੱਲ ਸਾਰੇ ਫੈਕਟ ਜਿੰਨੇ ਮੈਂ ਹੁਣ ਤੱਕ ਦੱਸੋ ਬੜੀ ਐਪਰੈਂਟ ਹੈ ਸਰ। ਇਨਫੈਕਟ ਸਰ ਤੁਹਾਨੂੰ ਇੱਕ ਗੱਲ ਮੈਂ ਜਿਵੇਂ ਪਹਿਲਾਂ ਵੀ ਰਿਪੀਟ ਕੀਤੀ ਸੀ, ਜਦੋਂ ਸਰਕਾਰੀ ਰਿਕਾਰਡ ਦੇ ਵਿੱਚ ਫੋਰਜਰੀ ਹੁੰਦੀ ਹੈ, ਇਸ ਦੇ ਵਿੱਚ ਜਿਵੇਂ ਸਰਕਾਰੀ ਰਿਕਾਰਡਸ ਫੋਰਜਰੀ ਹੈਗੇ ਜੀ, ਰਿਕਾਰਡ ਹੈਗਾ ਲੱਭਿਆ ਨਹੀਂ, ਉਹਦੀ ਕਾਪੀ ਨਹੀਂ ਹੈ, ਤਾਂ ਕਿਤੇ ਸਰਕਾਰੀ ਰਿਕਾਰਡ 'ਚ ਵੀ ਫੋਰਜਰੀ ਹੋਈ ਹੈ। ਇਸ ਚੀਜ਼ ਦਾ ਵੀ ਨੋਟਿਸ ਹਾਈ ਕੋਰਟ ਨੇ ਲਿੱਤਾ ਹੈ ਕਿ ਹੋ ਸਕਦਾ ਹੈ ਕੁਝ ਸਰਕਾਰੀ ਅਧਿਕਾਰ ਵੀ ਇਸ ਦੇ ਵਿੱਚ ਇਨਵੋਲਵ ਹੋਣ। ਰੈਵਨਿਊ ਡਿਪਾਰਟਮੈਂਟ? ਬਿਲਕੁਲ ਸਰ, ਜੇ ਹੁਣ ਉਹਨਾਂ ਦੀ ਇਨਵੋਲਵਮੈਂਟ ਆ ਜਾਂਦੀ ਹੈ ਜੀ, ਤਾਂ ਸਰ ਫਿਰ ਆਪਾਂ ਨੂੰ ਪਤਾ ਹੀ ਹੈ ਜੀ ਪ੍ਰਸ਼ਾਸਨ ਹੁਣ ਕਿਉਂ ਨਹੀਂ ਕੰਮ ਕਰ ਰਿਹਾ। ਕਿਤੇ ਨਾ ਕਿਤੇ ਕੁਝ ਸਮਥਿੰਗ ਇਜ਼ ਫਿਸ਼ੀ ਵਿਚ ਦੇ ਡੋਂਟ ਵਾਂਟ ਟੂ ਕਮ ਇਨ ਦ ਓਪਨ ਲਾਈਟ ਸਰ। ਅੱਛਾ, ਰੈਵਨਿਊ ਡਿਪਾਰਟਮੈਂਟ ਦਾ ਮਸਲਾ ਹੈਗਾ, ਅਤੇ ਜਿਹੜਾ ਕੰਸਰਨ ਡਿਪਟੀ ਕਮਿਸ਼ਨਰ ਵੀ ਤੇ ਜਾਂਚ ਦੇ ਆਦੇਸ਼ ਦੇ ਸਕਦਾ ਇਸ ਮਸਲੇ? ਡੈਫੀਨੇਟਲੀ ਸਰ, ਉਹਨਾਂ ਦਾ ਪ੍ਰੈਰੋਗੇਟਿਵ ਹੈ ਜੀ। ਬੀਇੰਗ ਹੀ ਇਜ਼ ਦੀ ਹੈਡ ਆਫ ਦੀ ਰੈਵਨਿਊ ਡਿਸਟ੍ਰਿਕਟ, ਤਾਂ ਉਹਨਾਂ ਦਾ ਪ੍ਰੈਰੋਗੇਟਿਵ ਹੈ ਜੀ, ਉਹਨਾਂ ਨੂੰ ਕਰਨਾ ਚਾਹੀਦਾ ਸੀਗਾ ਜੀ। ਹੁਣ ਉਹਨਾਂ ਨੇ ਇਸ ਦੇ ਉੱਤੇ ਕੋਈ ਇਨਵੈਸਟੀਗੇਸ਼ਨ ਕੀਤੀ ਜਾਂ ਨਹੀਂ ਕੀਤੀ ਹੈ ਮੇਰੀ ਨੌਲੇਜ ਨਹੀਂ ਹੈਗਾ ਜੀ, ਬਟ ਉਹਨਾਂ ਨੂੰ ਡੈਫੀਨੇਟਲੀ ਹੀ ਇਜ਼ ਵੈਲ ਵਿਦਨ ਹਿਜ਼ ਰਾਈਟਸ, ਉਹਨਾਂ ਨੂੰ ਕਰਾਉਣੀ ਚਾਹੀਦੀ ਹੈ ਇਨਵੈਸਟੀਗੇਸ਼ਨ। ਚਲੋ, ਬਹੁਤ ਸ਼ੁਕਰੀਆ ਜੀ। ਥੈਂਕ ਯੂ ਵੈਰੀ ਮਚ ਸਰ। ਔਰ ਬਿਲਕੁਲ ਮਸਲਾ ਇਹ ਸੀ ਕਿ ਸਰਬਜੀਤ ਕੌਰ ਮਾਨੂਕੇ ਜਿਹੜੇ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੇ ਦੂਜੀ ਵਾਰ ਵਿਧਾਇਕ ਬਣੇ ਨੇ, ਉਹਨਾਂ ਨੇ ਕੋਠੀ ਕਿਰਾਏ 'ਤੇ ਲਈ, ਬੜੇ ਸਸਤੇ ਕਿਰਾਏ 'ਤੇ ਲਈ ਸੀ। ਫਿਰ ਮਾਮਲਾ ਇਹ ਉੱਠ ਖਲੋਤਾ ਕਿਉਂਕਿ ਪੀੜਤ ਪਰਿਵਾਰ ਨੇ ਦੋਸ਼ ਲਗਾਏ ਸੀ ਕਿ MLA ਨੇ ਕਬਜ਼ਾ ਕਰ ਲਿਆ, ਅਤੇ ਉਸ ਤੋਂ ਬਾਅਦ ਜਿਹੜੀ ਸਾਰੀ ਕਹਾਣੀ ਲੋਕ ਪ੍ਰਸ਼ਾਸਨ ਨੇ ਅਤੇ ਪੋਲੀਟੀਸ਼ੀਅਨਾਂ ਨੇ ਬਣਾ ਕੇ ਪੇਸ਼ ਕੀਤੀ ਸੀ, ਉਹ ਜਗਰਾਓਂ ਤੋਂ ਲੈ ਕੇ ਕੈਨੇਡਾ ਤੱਕ ਲੋਕਾਂ ਨੂੰ ਪਤਾ ਹੈਗਾ। ਹੁਣ ਸਵਾਲ ਮਸਲਾ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਾ। ਪੰਜਾਬ ਦੇ DGP, ਪੰਜਾਬ ਦੇ ਹੋਮ ਸੈਕਟਰੀ ਡਿਪਾਰਟਮੈਂਟ, SSP ਜਗਰਾਓਂ, SHO ਖੰਨਾ, MLA ਦੇ ਘਰ ਵਾਲਾ ਅਸ਼ੋਕ ਕੁਮਾਰ, ਕਰਮ ਸਿੰਘ, CBI, ਸਾਰਿਆਂ ਨੂੰ ਇਹ ਨੋਟਿਸ ਜਾਰੀ ਹੋ ਚੁੱਕੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ। ਹੁਣ ਸਵਾਲ ਹੈ ਕਿ ਜਿਹੜੇ ਅਸਲ ਪੀੜਤ ਨੇ ਉਹਨਾਂ ਨੂੰ ਇਨਸਾਫ ਮਿਲੇਗਾ, ਅਤੇ ਜੇ ਹੋ ਸਕਦਾ ਕਿ ਇਸ ਮਸਲੇ ਦੀ CBI ਨੂੰ ਜਾਂਚ ਮਾਰਕ ਹੋ ਗਈ, ਅਤੇ ਫਿਰ ਉੱਥੋਂ ਦੀ ਵਿਧਾਇਕ ਅਤੇ ਉੱਥੋਂ ਦੇ SSP ਨੂੰ ਲੈਣੀਆਂ ਦੇ ਦੇਣੇ ਵੀ ਪੈ ਸਕਦੇ ਨੇ। ਫਿਲਹਾਲ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।